ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਥ ਗ੍ਰੰਥ ਤੇ ਕਿਸਾਨ ਤੇ ਮਜ਼ਦੂਰ ਨੂੰ ਬਚਾਉਣ ਲਈ ਕਰਵਾਏ ਗਏ ਅਰਦਾਸ ਦਿਵਸ ਮੌਕੇ ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਪਰੰਤ ਸੰਬੋਧਨ ਕਰਦਿਆਂ ਸਰਦਾਰ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਹਿੱਸੇ ਦਾ ਰਾਜ ਤੇ ਆਜ਼ਾਦੀ ਮਿਲਣੀ ਚਾਹੀਦੀ ਹੈ। उन्होंने कहा कि साडा राज आउण ते असीं पंजाब दे पाणियां दा हक लैके रहांगे, 12वीं तक दी पढ़ाई जरूरी करांगे अते देश नूं खुशहाल हर पक्षों खुशहाल बनाउण लई ठोस नीति बनाई जावेगी। पंथ तो विछड़े गुरु धामां दे खुले दर्शन दीदारे करन दा हक हासिल होवेगा। वपार लई पाकिस्तान तक सरहदां खोल दित्तियां जाणगीआं ते साडे राज विच कोई भी किसी भी धर्म दी बेअदबी नहीं कर सकेगा। इस समय किसान संघर्ष दौरान निर्विघन अनथक सेवा करन वालियां बीबियां ਅਤੇ ਕਿਸਾਨਾਂ ਨੂੰ ਸਨਮਾਨ ਦੇ ਕੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਹਲਕਾ ਅਮਰਗੜ੍ਹ ਤੋਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ 117 ਸੀਟਾਂ ਤੋਂ ਚੋਣ ਲੜਾਂਗੇ, ਪਾਰਟੀ ਦਾ ਜੋ ਫੈਸਲਾ ਹੋਵੇਗਾ ਉਹਨਾਂ ਨੂੰ ਮਨਜ਼ੂਰ ਹੋਵੇਗਾ। ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਉਹਨਾਂ ਦੀ ਜ਼ੁਬਾਨੀ ਸੁਣ ਲਵੋ। ਮਾਸਟਰ ਜੀ ਨੇ ਇੱਥੇ ਇਲਾਕੇ ਵਾਲਿਆਂ ਨੇ ਇੱਥੇ ਇਕੱਠ ਕੀਤਾ ਕਿ ਹੁਣ ਆਪਾਂ ਇਲੈਕਸ਼ਨਾਂ ਦੇ ਲਈ ਤਿਆਰ ਹੋਈਏ ਤੇ ਮੈਨੂੰ ਸੱਦਿਆ ਗਿਆ ਕਿ ਤੁਸੀਂ ਸੰਗਤ ਨੂੰ ਆਪਣੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ, ਜੋ ਕੁਝ ਤੁਸੀਂ ਕਹਿੰਦੇ ਰਹੇ ਹੋ ਉਹ ਸਮਝਾਓ। ਤੇ ਉਹ ਮੈਂ ਆਪਣੀ ਪਾਰਟੀ ਦੀ ਪਾਲਿਸੀ ਕਰੀਬ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਸਮਝਾ ਦਿੱਤੀ ਹੈਗੀ ਹੈ। ਇਹ ਮਕਸਦ ਸੀਗਾ, ਨਾਲੇ ਇਸ ਇਲਾਕੇ ਦੇ ਸਿੰਘਾਂ ਨੂੰ, ਬੀਬੀਆਂ ਨੂੰ, ਸਾਰਿਆਂ ਨੂੰ, ਜਿੰਨੇ ਵੀ ਹਿੰਦੂ ਮੁਸਲਮਾਨ ਹੈ ਉਹਨਾਂ ਨੂੰ ਮਿਲਣਾ ਸੀਗਾ। ਮੈਂ ਆ ਗਿਆ ਜੀ। ਅਮਰਗੜ੍ਹ ਤੋਂ ਤੁਹਾਡੀ ਇਲੈਕਸ਼ਨ ਲੜਨ ਦੀਆਂ ਜਿਹੜੀਆਂ ਗੱਲਾਂ ਪਿਛਲੇ ਦਿਨੀ ਅਖਬਾਰਾਂ 'ਚ ਮੀਡੀਆ 'ਚ ਆਈਆਂ ਨੇ, ਕੀ ਉਸ 'ਚ ਆਈ ਹੈ ਕਿ ਤੁਸੀਂ ਅਮਰਗੜ੍ਹ ਤੋਂ ਲੜ ਰਹੇ ਹੋ ਸਰ? ਇਹ ਤਾਂ ਮਾਸਟਰ ਜੀ ਤੇ ਸਾਰੇ ਦੱਸਣਗੇ ਜਿਹੜੇ ਇੱਥੋਂ ਦੇ ਮੋਹਤਬਰ ਹੈ ਕਿੱਥੋਂ ਮੈਨੂੰ ਲੜਾਉਣਾ ਹੈ, ਪਰ ਜਿੱਥੇ ਇਹ ਕਹਿਣਗੇ ਮੈਂ ਲੜ ਲੂੰਗਾ ਜੀ। ਜੇ ਤੁਸੀਂ ਵੀ ਚਾਹੋਗੇ ਕਿ ਇਸ ਇਲਾਕੇ ਦੀ ਨੁਮਾਇੰਦਗੀ ਇਹ ਹੋਵੇ ਤੇ ਸਾਰੇ ਵਰਗਾਂ ਨੂੰ ਇਨਸਾਫ ਮਿਲੇ ਤੇ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ। ਸਾਡੀ ਪਾਰਟੀ, ਮੈਂ MP 5 ਸਾਲ ਰਿਹਾ ਤੁਹਾਡਾ ਸੰਗਰੂਰ ਦਾ, ਤੇ ਸਾਰਿਆਂ ਨੂੰ ਮੈਂ ਤੇ ਲੜਾਈ ਨਹੀਂ ਮੈਂ ਹੋਣ ਦਿੱਤੀ 5 ਸਾਲ 'ਚ। ਹੁਣ ਜਿਹੜੀਆਂ ਲੜਾਈਆਂ ਤੁਹਾਡੀਆਂ ਇਹ ਗੁੱਟ ਬਣ ਕੇ ਕਰਦੇ ਆ ਸੰਗਰੂਰ 'ਚ, ਮੇਰੇ ਹੁੰਦਿਆਂ 5 ਸਾਲ ਕੋਈ ਲੜਾਈ ਲੜੋਈ ਨਹੀਂ ਹੋਈ। ਨਾ ਮੈਂ ਕਿਸੇ ਨੂੰ ਚੱਕਿਆ, ਨਾ ਮੈਂ ਕਿਸੇ ਨੂੰ ਕਿਹਾ ਕਿ ਲੜ ਲਓ। ਸਾਰਿਆਂ ਨੂੰ ਅਮਨ ਪਸੰਦ ਤਰੀਕੇ ਦੇ ਨਾਲ 5 ਸਾਲ ਰੱਖਿਆ। ਇਹ ਤੁਹਾਡਾ ਐਲਾਨ ਹੈ ਜੀ ਅੱਜ ਵੀ ਅਮਰਗੜ੍ਹ ਤੋਂ ਲੜਾਂਗੇ? ਨਹੀਂ, ਮੇਰਾ ਐਲਾਨ ਨਹੀਂ ਹੈ, ਇਹ ਤਾਂ ਇਹ ਮਾਸਟਰ ਪਾਰਟੀ ਵਾਲੇ ਤਾਂ ਆਪ ਚਾਹੁੰਦੇ ਨੇ। ਹਾਂਜੀ, ਪਾਰਟੀ ਵਾਲੇ ਤਾਂ ਕਹਿੰਦੇ ਨੇ ਸਾਰੇ। ਹਾਂ, ਫਿਰ ਇਹ ਫੈਸਲਾ ਕਰਨਗੇ, ਫਿਰ ਪਾਰਟੀ ਦੀ ਮੀਟਿੰਗ ਹੋਊਗੀ, ਇਹ ਉੱਥੇ ਐਲਾਨ ਹੋਊਗਾ ਜੀ। ਅੱਛਾ, ਹਾਂਜੀ। ਮਾਨ ਸਾਹਿਬ, ਜੇਕਰ ਤੁਸੀਂ ਅਮਰਗੜ੍ਹ ਤੋਂ ਇਲੈਕਸ਼ਨ ਲੜਦੇ ਹੋ ਤਾਂ ਕਿਹੜੇ ਉਹ ਮੇਨ ਮੁੱਖ ਮੁੱਦੇ ਹੋਣਗੇ ਜਿਨ੍ਹਾਂ ਦੇ ਉੱਤੇ ਫੋਕਸ ਕਰਕੇ ਤੁਸੀਂ ਜਿਹੜੀ ਹੈਗੀ ਹੈ ਚੋਣ ਲੜੋਗੇ? ਇਹ ਮੈਂ ਦੱਸਦਾ ਦਿੱਤਾ ਕਿ ਮੁੱਦੇ ਹੈਗੇ ਆ ਕਿ ਪਾਣੀ ਅਸੀਂ ਸੰਵਿਧਾਨਕ ਤੌਰ ਦੇ ਉੱਤੇ ਸਾਡਾ, ਪਰ ਸਾਡੇ ਚੀਫ ਮਿਨਿਸਟਰ ਨੇ ਥੱਲੇ ਲੱਗ ਕੇ ਸੈਂਟਰ ਤੋਂ ਚੀਜ਼ਾਂ ਲੈ ਕੇ ਇਹ ਪਾਣੀ ਸਾਡੇ ਬਾਹਰ ਦਿੱਤੇ ਹੋਏ ਆ। ਸੰਵਿਧਾਨਕ ਤੌਰ 'ਤੇ ਇੰਟਰਨੈਸ਼ਨਲ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਅਸੀਂ ਮੁਖਤਿਆਰੀ ਕਰਾਂਗੇ 3 ਦਰਿਆਵਾਂ ਦੀ, ਰਾਵੀ ਦੀ, ਬਿਆਸ ਅਤੇ ਸਤਲੁਜ ਦੀ, ਜਿਹੜੇ ਭਰੇ ਹੋਏ ਤੁਹਾਡੀਆਂ ਅੱਖਾਂ 'ਚ ਅੱਥਰੂ ਆ ਜਾਣਗੇ ਜੇ ਤੁਸੀਂ ਇਹ ਇੱਥੇ ਜਿਹੜਾ ਹਰੀਕੇ ਬੰਦ ਹੈ ਉੱਥੇ ਦੇਖੋ 3 ਦਰਿਆਵਾਂ ਦੇ ਪਾਣੀ ਤੇ ਅਸੀਂ ਸੁੱਕੇ ਸਕਾਏ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਉਹ ਦਰਿਆਵਾਂ ਦੇ ਪਾਣੀ ਹਰੇਕ ਪੈਲੀ ਨੂੰ ਪਾਣੀ ਲਾ ਦੇਣ, ਇਲਾਕਾ ਉੱਤੇ ਹੋਏ ਛੋਟਾ ਹੋਏ ਸਾਰੇ ਪਹੁੰਚ ਜਾਣ। ਇੱਕ ਵਾਰੀ ਸਿੰਚਾਈ ਹੋ ਗਈ ਧਰਤੀ ਦੇ ਵਿੱਚ, ਜਿਹੜਾ ਪਾਣੀ ਖਤਮ ਹੋ ਰਿਹਾ, ਤੁਹਾਡੇ 'ਤੇ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਲੋਕ ਝੋਨਾ ਲਾ ਦਿੰਦੇ ਹੋ, ਤੁਸੀਂ ਆਹ ਕਰ ਦਿੰਦੇ ਹੋ, ਇੱਕ ਤਾਂ ਉਹ ਖਤਮ ਹੋਊਗਾ, ਪਾਣੀ ਪੂਰਾ ਭਰ ਜਾਊਗਾ ਥੱਲੇ ਧਰਤੀ ਦੇ ਵਿੱਚ, ਬਿਜਲੀ ਵਾਧੂ ਦੀ ਹੋਊਗੀ। ਜਿੱਦਣ ਤੁਸੀਂ ਇਹ ਕੇਸੀ ਕੁਸੀ ਨਹਾਉਣਾ ਉਦੋਂ ਟਿਊਬਵੈੱਲ ਖੋਲ੍ਹ ਲਿਆ ਕਰੋ ਤੇ ਇਹ ਕੇਸੀ ਜਾਂ ਇਸ਼ਨਾਨ ਕਰ ਲਿਆ ਕਰੋ, ਵੈਸੇ ਇਹ ਟਿਊਬਵੈੱਲ ਦੀ ਲੋੜ ਹੀ ਨਹੀਂ ਪੈਣੀ। ਉਹਨਾਂ ਲਈ ਸੰਘਰਸ਼ ਲੜ ਰਹੀ ਹੈ, ਪਰ ਅੱਜ ਵੀ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੀ ਇਹ ਕਿਉਂ ਕਰਕੇ? ਆਪਣਾ ਰਾਜ ਤਾਂ ਹੈ ਨਹੀਂ, ਰਾਜ ਬਿਨਾਂ ਨਾ ਧਰਮ ਚਲੇ ਹੈ, ਮਹਾਰਾਜ ਕਹਿੰਦੇ ਹੈ
ਤੇ ਲਗਾਤਾਰ ਇਹ ਅਜੇ ਤੱਕ ਜਿਹੜੀ ਤਫਤੀਸ਼ਾਂ ਹੋਈਆਂ ਉਹਦੇ ਸਾਫ਼ ਜ਼ਾਹਰ ਹੈ ਕਿ ਬਾਦਲ ਚੀਫ ਮਿਨਿਸਟਰ ਸੀ, ਸੁਖਬੀਰ ਸਿੰਘ ਗ੍ਰਹਿ ਵਜ਼ੀਰ ਸੀਗਾ, ਸੈਣੀ DGP ਸੀ, ਤੇ ਜਿਹੜਾ ਬਾਬਾ ਹੈਗਾ ਰਾਮ ਰਹੀਮ ਸਰਸੇ ਵਾਲਾ, ਇਹਨਾਂ ਨੇ ਸਾਜ਼ਿਸ਼ ਘਟ ਕੇ ਬਰਗਾੜੀ ਦੇ ਵਿੱਚ ਤੇ ਜਿਹੜਾ ਇਹ ਬੁਰਜ ਹੈ ਉੱਥੇ ਮਹਾਰਾਜ ਦੀਆਂ ਬੇਅਦਬੀਆਂ ਪਾਈਆਂ, ਬਾਈਬਲ ਦੇ ਵਿੱਚ 2 ਸਿੰਘ ਸ਼ਹੀਦ ਕਰਾਤੇ, ਪਰ ਅਜੇ ਤੱਕ ਇਹ ਫੜੇ ਨਹੀਂ ਜਾ ਰਹੇ। ਕਿਉਂ ਕਰਕੇ ਜਿਹੜੀ ਸਟੇਟ ਹੈ ਹਿੰਦੂਤਵਾ ਦੀ, ਇਹ ਇੱਡੀ ਤਕੜੀ ਹੋ ਗਈ ਹੈ ਕਿ ਇਹ ਗੱਲ ਸਿੱਖਾਂ ਦੇ ਅੱਗੇ ਚੱਲਣ ਹੀ ਨਹੀਂ ਦਿੰਦੀ। ਹੁਣ 3 ਜੱਜ ਹੈ ਹਾਈ ਕੋਰਟ ਦੇ ਜੱਜ ਤਾਂ ਇਨਸਾਫ ਦਿੰਦੇ ਹੈ, ਪਰ ਇੱਕ ਜੱਜ ਹੈਗਾ ਸ਼ੇਖਵਾਤ, ਇੱਕ ਹੈਗਾ ਸਾਗਵਾਨ, ਇੱਕ ਹੈਗਾ ਬਜਾਜ, ਜਿਹੜੇ ਇਸ ਦੀ ਤਫਤੀਸ਼ ਨੂੰ ਅੱਗੇ ਚੱਲਣ ਹੀ ਨਹੀਂ ਦਿੰਦੇ ਹੈਗੇ, ਉੱਥੇ ਰੋਕਾਂ ਲਾਈਆਂ ਹੋਈਆਂ। ਹੁਣ ਇਹ ਜੱਜ ਕਹਿੰਦੇ ਆ ਕਿ ਇਹ ਜਦੋਂ ਸਰਕਾਰ ਚਲੇਗੀ, ਅਗਲੀ ਸਰਕਾਰ ਦੇ ਵਿੱਚ ਤਫਤੀਸ਼ ਹੋ ਸਕਦੀ ਹੈ। ਉਹਨਾਂ ਨੂੰ ਕਿਸ ਨੇ ਦੱਸਿਆ ਹੈ ਕਿ ਤੁਹਾਡੇ ਪਸੰਦ ਦੀ ਸਰਕਾਰ ਆਊਗੀ ਜਿਹੜੀ ਬਾਦਲਾਂ ਨੂੰ ਨਹੀਂ ਫੜੂਗੀ, ਜਾਂ ਸੁਖਬੀਰ ਨੂੰ ਨਹੀਂ ਫੜੂਗੀ, ਜਾਂ ਰਹੀਮ ਨੂੰ ਨਹੀਂ ਫੜੂਗੀ, ਉਹਨਾਂ ਜੱਜਾਂ ਨੂੰ। ਤੁਸੀਂ ਸਾਰੇ ਅਜੇ ਤੱਕ ਪੂਰੀ ਤਰ੍ਹਾਂ ਜੇ ਪੜ੍ਹਾਈ ਲਿਖਾਈ ਹੋਵੇ ਤਾਂ ਤੁਸੀਂ ਡਰੋ ਨਾ ਇਹ ਅਦਾਲਤ ਤੋਂ। ਇਹ ਡਰਾ ਦਿੰਦੇ ਆ ਕਿ ਇਹਦੇ ਨਾਲ ਮਾਣਹਾਨੀ ਹੋਊਗੀ। ਜਦੋਂ ਬੰਦਾ ਮਾੜੇ ਕੰਮ ਕਰਦਾ ਹੋਵੇ ਤੇ ਫਿਰ ਉਹ ਤੁਹਾਡੇ ਉੱਤੇ ਇਲਜ਼ਾਮ ਨਹੀਂ ਲਾ ਸਕਦਾ ਮਾਣਹਾਨੀ ਦਾ, ਤੇ ਕਹੇ ਕਿ ਤੁਸੀਂ ਜੱਜਾਂ ਦੇ ਅੱਗੇ ਪੇਸ਼ ਹੋਵੋ। ਹੁਣ ਜੇ ਜੱਜ ਮੈਨੂੰ ਪੇਸ਼ ਕਰ ਲੈਣਗੇ, ਤੁਹਾਨੂੰ ਕਰ ਦੇਣਗੇ, ਤੁਸੀਂ ਕਹੋ ਕਿ ਤੁਸੀਂ ਕੀਤੀ ਨਹੀਂ ਤਫਤੀਸ਼ ਬੰਦ, ਤੁਸੀਂ ਸਿੱਖਾਂ ਦੇ ਮਸਲਿਆਂ ਦੇ ਵਿੱਚ ਜਾਣ ਕੇ ਦਖਲਅੰਦਾਜ਼ੀ ਕਰਕੇ ਇਹ ਤਫਤੀਸ਼ ਨੂੰ ਮਾਰਤਾ, ਜਿਹਦੇ ਨਾਲ ਸਿੱਖਾਂ ਦੀ ਗੁਰੂ ਮਹਾਰਾਜ ਦੀ ਤਫਤੀਸ਼ ਨਹੀਂ ਹੋ ਗਈ। ਹੁਣ ਨਵਾਂ ਕੱਲ੍ਹ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਬੇਅਦਬੀ ਕਰ ਦਿੱਤੀ। ਤਾਂ ਮੇਰਾ ਮਤਲਬ ਇਹ ਤਾਂ ਲਾਇਸੈਂਸ ਹਾਈ ਕੋਰਟ ਵੀ ਦੇ ਰਹੀ ਹੈ, ਸਰਕਾਰਾਂ ਵੀ ਦੇ ਰਹੀ ਹੈ ਕਿ ਬਾਦਲਾਂ ਦੇ ਖਿਲਾਫ ਕੁਛ ਨਾ ਹੋਏ, ਸਰਸੇ ਦੇ ਖਿਲਾਫ ਕੁਛ ਨਾ ਹੋਵੇ। ਇਹੋ ਜਿਹੀ ਜ਼ਿੰਦਗੀ ਕਿਵੇਂ ਆਪਾਂ ਜੀਉ ਸਕਦੇ? ਫਿਰ ਸਰ ਕਿਵੇਂ ਰੁਕ ਸਕਦੀਆਂ ਨੇ ਤੁਹਾਡੇ ਮੁਤਾਬਕ? ਮੈਂ ਕਹਿੰਦਾ ਘਟਨਾਵਾਂ ਨੇ ਮੈਂ ਤੁਹਾਨੂੰ ਦੱਸਦਾ ਕਿ ਸੰਵਿਧਾਨ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਇਹ ਸੰਵਿਧਾਨ ਨੂੰ ਇੰਪਲੀਮੈਂਟ ਨਹੀਂ ਕਰਦੇ, ਇਹਨਾਂ ਦੇ ਆਪਣੇ ਧੰਦੇ ਹੈਗੇ ਆ। ਹੁਣ ਪਾਣੀਆਂ ਦਾ ਮਸਲਾ ਤਾਂ ਤੁਹਾਨੂੰ ਸਮਝਾਤਾ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਨਿਕਲਦੀ ਹੈ ਉਹਦਾ ਹੀ ਹੱਕ ਹੈ ਉਹਦੇ ਪਾਣੀਆਂ 'ਤੇ। ਇਹ ਇੰਟਰਨੈਸ਼ਨਲ ਯੂਰਪੀਅਨ ਕਾਨੂੰਨ ਵੀ ਹੈ ਤੇ ਸੰਵਿਧਾਨ ਦੇ ਵਿੱਚ ਵੀ ਇਹੀ ਕੁਛ ਲਿਖਿਆ ਹੋਇਆ। ਹੁਣ ਸਾਡੇ ਸਾਰੇ ਚੀਫ ਮਿਨਿਸਟਰਾਂ ਨੇ ਇਹਦੇ ਉੱਤੇ ਪਾਣੀ, ਸਾਰੇ 3 ਦਰਿਆ ਹਰੀਕੇ ਜਾਓ, ਤੁਹਾਡੇ ਅਥਰੂ ਨਿਕਲਣਗੇ ਕਿ ਇੰਨਾ ਪਾਣੀ ਸਾਡੇ ਪਾਣੀ ਥੱਲੇ ਚਲਿਆ ਗਿਆ। ਜੇ ਅਸੀਂ ਆਪਣੇ ਪਾਣੀ ਲੈ ਕੇ ਵਾਧੂ ਉੱਧਰ ਦੇ ਦਈਏ, ਸਾਰੇ ਖੇਤਾਂ ਨੂੰ ਸੀਂਚ ਦਈਏ ਪਾਣੀ ਨਹਿਰ ਦੇ ਨਾਲ, ਤੇ ਟਿਊਬਵੈੱਲ ਚਲਾਉਣ ਦੀ ਤਾਂ ਲੋੜ ਨਹੀਂ। ਵਧੀਆ ਇੰਡਸਟਰੀ ਦੇ ਲਈ ਵਧੀਆ ਬਿਜਲੀ ਪੈਦਾ ਹੋਊਗੀ, ਤੁਹਾਨੂੰ ਇਹ ਰਹਿਣ ਦੇ ਲਈ ਬਿਜਲੀ ਹੋਊਗੀ, ਕਦੇ ਕੋਈ ਤੋਟ ਨਹੀਂ ਆ ਸਕਦੀ ਬਿਜਲੀ ਦੀ। ਹਮ ਖਿਆਲੀ ਕਿਸੇ ਪਾਰਟੀ ਨਾਲ ਗੱਠਜੋੜ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਜਾਂਦੀ, ਉਹ ਕਾਰਨ ਕੀ? ਅਸੀਂ ਦਿੰਦੇ ਹਾਂ ਤਰਜੀਹ ਜੀ, ਪਰ ਤੁਸੀਂ ਹਿੰਦੂ ਧਰਮ ਦੀ ਮਨੂ ਸਮ੍ਰਿਤੀ ਤਾਂ ਜਾਣਦੇ ਹੋਵੋਗੇ, ਜੀ ਜਿਸ ਨੇ ਜਾਤ ਪਾਤ ਦੀਆਂ 4 ਪੌੜੀਆਂ ਬਣਾਤੀਆਂ। ਜੀ, ਸਾਨੂੰ ਬਾਕੀ ਦੀਆਂ ਪਾਰਟੀਆਂ ਚੌਥੀ ਜਮਾਤ 'ਚ ਸ਼ੂਦਰ ਸਮਝਦੀਆਂ, ਉਹ ਸਾਡੇ ਕੋਲੇ ਆਉਂਦੀਆਂ ਨਹੀਂ, ਨਾ ਗੱਲ ਕਰਦੀਆਂ। ਹੁਣ ਢੀਂਡਸਾ ਸਾਹਿਬ ਨੂੰ ਕੀ ਲੋੜ ਹੈ ਕਿ ਉੱਧਰ ਚਲੇ ਜਾਣ ਇਹ BJP ਕੋਲੇ? ਜੀ, ਹਾਂ, ਅਸੀਂ ਇੱਥੇ ਬੈਠੇ ਹੈ, ਤੁਹਾਡੇ ਹੈ, ਅਸੀਂ ਕਾਂਗਰਸ ਨਾਲ ਨਹੀਂ ਚੱਲਦੇ, ਆਮ ਪਾਰਟੀ ਨਾਲ ਨਹੀਂ ਚੱਲਦੇ, ਉਹਨਾਂ ਨੂੰ ਕੀ ਲੋੜ ਹੈ ਉੱਧਰ BJP ਮੂੰਹ ਮਾਰਨ ਦੀ? ਉਹਦਾ ਮਾਨ ਸਾਹਿਬ ਇੱਕ ਕਾਰਨ ਵੱਡਾ ਇਹ ਮੰਨਿਆ ਜਾ ਰਿਹਾ ਹੈ ਕਿ BJP ਬਿਨਾਂ SGPC ਦੀ ਇਲੈਕਸ਼ਨ ਨਹੀਂ ਹੋਣੀ, ਕਿਉਂਕਿ ਪਹਿਲਾਂ ਬਾਦਲਾਂ ਨਾਲ ਉਹਨਾਂ ਦਾ ਸਮਝੌਤਾ ਰਿਹਾ ਤੇ ਉਸ ਕਰਕੇ ਉਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੀ। ਹੁਣ ਬਾਦਲਾਂ ਨਾਲ ਉਹ ਟੁੱਟੇ ਆ ਤੇ ਭਾਜਪਾ ਦੇ ਨਾਲ ਜੇ ਕੋਈ ਜਾਊਗਾ ਤਾਂ ਹੀ ਇਲੈਕਸ਼ਨ ਹੋ ਪਾਊਗੀ, ਨਹੀਂ ਉਹ ਇਹ ਗਲਤ ਗੱਲ ਹੈ ਜੀ। ਕਾਨੂੰਨ ਤਾਂ ਕਹਿੰਦਾ 5 ਸਾਲ ਤੋਂ ਬਾਅਦ ਹੋਣੀ ਚਾਹੀਦੀ। ਅਸੀਂ ਤਾਂ ਰੌਲਾ ਅਮਰੀਕਾ 'ਚ ਵੀ ਪਾ ਰਹੇ ਆ, ਸਾਰੇ ਪਾਸੇ ਹੁਣ 11 ਸਾਲ ਹੋ ਗਏ, ਨਹੀਂ ਹੋ ਗਏ। ਪਰ ਜੇ ਮੈਨੂੰ ਕਹੋ ਕਿ ਤੂੰ BJP 'ਚ ਰਲ ਕੇ ਤੇ ਇਲੈਕਸ਼ਨ ਕਰਾ ਲੈ, ਮੈਂ ਤਾਂ ਨਹੀਂ ਜਵਾਬ ਦੂੰਗਾ। ਮੈਂ ਮੇਰਾ ਜਵਾਬ ਹੈ ਤੁਹਾਡੀ ਸੋਚ ਨੂੰ ਪਸੰਦ ਕਰਦਾ, ਤੁਹਾਨੂੰ ਪਸੰਦ ਕਰਦਾ, ਬਹੁਤ ਉਹ ਕਰਦੇ ਨੇ, ਪਰ ਜਦੋਂ ਵੋਟ ਪਾਉਣ ਦੀ ਵਾਰੀ ਆਉਂਦੀ ਹੈ ਕਿਉਂ ਨਹੀਂ ਪਾਉਂਦੇ? ਕੀ ਕਾਰਨ? ਇਹ ਮੇਰਾ ਮੂੰਹ ਹੀ ਨਹੀਂ ਚੰਗਾ ਲੱਗਦਾ ਹੁਣ, ਹੋਰ ਕੀ। ਕਿਉਂਕਿ ਸਾਰੇ ਤੁਹਾਨੂੰ ਲਾਈਕ ਕਰਦੇ ਨੇ ਨਾ, ਫਿਰ ਮੇਰੇ ਕੋਲੇ ਤਾਂ ਕੋਈ ਗਨਮੈਨ ਹੈ ਨਹੀਂ। ਜੇ ਤੁਸੀਂ ਦੂਜੀ ਪਾਰਟੀ ਦਾ ਲੈ ਆਓ
ਤੁਸੀਂ ਘੱਟ ਹੋਵੋਗੇ, ਉਹਨਾਂ ਦੀ ਸਿਕਿਉਰਿਟੀ ਇੱਥੇ ਜ਼ਿਆਦਾ ਹੋਊ। ਅਮਰਗੜ੍ਹ ਤੋਂ ਗੁਰਮੀਤ ਮਨਵੀ ਦੀ ਰਿਪੋਰਟ।